ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 73ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੇਰੀ ਮਹੱਲਾ ਪੰਜਵਾਂ। ਕਰਮ ਭੂਪ ਮੇਂ ਬਹੁ ਨਾਮ, ਪੂਰਨ ਹੋਏ ਤੁਮਾਰਾ ਕਾਮ। ਫਲ ਪਾਵੇ ਮਿਟੇ ਜਮ ਤਰਾਸ, ਨਿਤ ਗਾਵੇ ਹਰ ਹਰ ਗੁਣ ਜਾਸ। ਹਰ ਹਰ ਨਾਮ ਅੰਤਰ ਉਰਤਾਰ, ਸੀਗਰ ਕਾਰਜ ਲੈ ਸਵਾਰ ਰਹਾਓ। ਆਪਣੇ ਪ੍ਰਭ ਸਿਉ ਹੋਏ ਸਾਵਧਾਨ, ਤਾਂ ਤੂੰ ਦਰਗੇ ਪਾਵੇ ਮਾਨ। ਉਕਤ ਸਿਆਣਪ ਸਗਲੀ ਤਿਆਗ, ਸੰਤ ਜਨਾਂ ਕੀ ਚਰਨੀ ਲਾਗ। ਸਰਬ ਜੀ ਹੈ ਜਾਕੇ ਹਾਥ, ਕਦੇ ਨ ਵਿਛੜੇ ਸਭ ਕੇ ਸਾਥ। ਅਪਾਵ ਛੋੜ ਗੋ ਤਿਸ ਕੀ ਓਟ, ਨਿੰਖ ਮੈਂ ਹੋਵੇ ਤੇਰੀ ਛੋਟ। ਸਦਾ ਨਿਕਟ ਕਰ ਤਿਸ ਨੋ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੇ ਬਚਨ ਮਿਟਾਵੇ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਸਦਾ ਨਿਕਟ ਕਰ ਤਿਸ ਨੋ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ। ਗੁਰ ਕੇ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਭਾਈ, ਸਰੀਰ ਰੂਪ ਕਰਮਾਂ ਦੀ ਧਰਤੀ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਬੀਜ ਨੂੰ ਬੀਜਣਾ ਹੈ ਜੀ, ਔਰ ਉਸ ਨੂੰ ਬੀਜ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਪਰਮੇਸ਼ਰ ਨਾਲ ਮਿਲਣ ਵਾਲਾ ਤੇਰਾ ਕੰਮ ਪੂਰਾ ਹੋ ਜਾਵੇਗਾ ਜੀ। ਭਾਵ ਇਸ ਤਰ੍ਹਾਂ ਉਸ ਪਰਮੇਸ਼ਰ ਦੇ ਹੁਕਮ ਦੀ ਅਤੇ ਆਪਣੇ ਮੂਲ ਦੀ ਪਹਿਚਾਣ ਹੋਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਮਨੁੱਖ ਹਰ ਰੋਜ਼ ਪਰਮੇਸ਼ਰ ਦੇ ਗੁਣ ਅਤੇ ਉਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਜਸ ਗਾਉਂਦੇ ਹਨ ਜੀ, ਉਹ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਫਲ ਪ੍ਰਾਪਤ ਕਰਦੇ ਹਨ ਜੀ। ਅਤੇ ਉਹਨਾਂ ਲਈ ਉਹਨਾਂ ਨੂੰ ਜਮਾਂ ਦਾ ਡਰ ਵੀ ਦੂਰ ਹੋ ਜਾਂਦਾ ਹੈ ਜੀ। ਭਾਵ ਉਹਨਾਂ ਨੂੰ ਜਨਮ ਮਰਨ ਦਾ ਕੋਈ ਡਰ ਨਹੀਂ ਰਹਿੰਦਾ ਜੀ। ਉਸ ਨੂੰ ਵੀ ਉਹ ਗੁਰੂ ਦਾ ਹੁਕਮ, ਗੁਰੂ ਦਾ ਭਾਣਾ ਹੀ ਸਮਝਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਭਾਈ, ਤੂੰ ਆਪਣੇ ਹਿਰਦੇ ਵਿੱਚ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰ ਅਤੇ ਮਨੁੱਖਾ ਜੀਵਨ ਦੀ ਸਫਲਤਾ ਵਾਲਾ ਕੰਮ ਸਵਾਰ ਲੈ ਜੇ। ਭਾਵ ਵਿਕਾਰਾਂ ਨੂੰ ਕਾਬੂ ਵਿੱਚ ਲਿਆ ਕੇ ਆਪਣੇ ਆਪ ਦੀ ਪਹਿਚਾਣ ਕਰ ਜੇ, ਉਸ ਹਰੀ ਮੂਲ ਨਾਲ ਜੁੜ ਜੇ। ਫਿਰ ਗੁਰੂ ਜੀ ਕਹਿੰਦੇ ਹਨ ਇਹ ਭਾਈ, ਤੂੰ ਆਪਣੇ ਪਰਮੇਸ਼ਰ ਨਾਲ ਗੁਰੂ ਦੁਆਰਾ ਪਰਮੇਸ਼ਰ ਹਰੀ ਦੀ ਦਰਗਾਹ ਵਿੱਚ ਮਾਣ ਵਡਿਆਈ ਪਾ ਸਕੇਂਗਾ ਜੀ। ਅਤੇ ਤੂੰ ਹਰ ਤਰ੍ਹਾਂ ਦੀ ਦਲੀਲ ਅਤੇ ਸਿਆਣਪਾ ਨੂੰ ਛੱਡ ਕੇ, ਭਾਵ ਆਪਣਾ ਆਪ ਛੱਡ ਕੇ, ਵਿਕਾਰਾਂ ਨੂੰ ਛੱਡ ਕੇ ਗੁਰਮਤਿ ਰੂਪ ਸੰਤ ਜਨਾਂ ਦੀ ਚਰਨੀ ਲੱਗ ਜੀ। ਭਾਵ ਗੁਰਮਤਿ ਨੂੰ ਅਪਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਭਾਈ, ਸਾਰੇ ਜੀਵ ਜਿਸ ਪਰਮੇਸ਼ਰ ਦੇ ਹੱਥ ਵਿੱਚ ਹਨ, ਉਹ ਪਰਮੇਸ਼ਰ ਐਸਾ ਹੈ ਜੋ ਕਦੇ ਵੀ ਵਿਛੜਦਾ ਨਹੀਂ ਜੀ। ਉਹ ਸਾਰਿਆਂ ਦੇ ਅੰਦਰ ਹੈ ਜੀ, ਸਾਰਿਆਂ ਦੇ ਨਾਲ ਹੀ ਹੈ ਜੀ, ਅਤੇ ਸਾਰਾ ਕੁਛ ਵੇਖ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਰੇ ਹੀਲੇ ਛੱਡ ਕੇ ਤੂੰ ਉਸ ਪਰਮੇਸ਼ਰ ਦੀ ਓਟ ਵਿੱਚ ਰਹਿ, ਉਸ ਨੂੰ ਸਮਝ। ਫਿਰ ਖਿਣ ਮਾਤਰ ਵਿੱਚ ਤੇਰਾ ਛੁਟਕਾਰਾ ਹੋ ਜਾਵੇਗਾ। ਭਾਵ ਫਿਰ ਤੂੰ ਵਿਕਾਰਾਂ 'ਤੇ ਕਾਬੂ ਪਾ ਸਕੇਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਭਾਈ, ਉਸ ਪਰਮੇਸ਼ਰ ਨੂੰ ਸਦਾ ਗੁਰਸ਼ਬਦ ਗੁਰਬਾਣੀ ਰਾਹੀਂ ਹਾਜ਼ਰ ਨਾਜ਼ਰ ਜਾਣ ਕੇ ਅਤੇ ਉਸ ਪਰਮੇਸ਼ਰ ਦੀ ਆਗਿਆ ਸਤ ਕਰਕੇ ਮੰਨ।
ਫਿਰ ਗੁਰੂ ਜੀ ਕਹਿੰਦੇ ਹਨ, ਜਗਿਆਸੂ ਨੂੰ ਇਉਂ ਪ੍ਰੇਰਨਾ ਦਿੰਦੇ ਹਨ ਕਿ ਹੇ ਸਾਈਂ ਦੇ ਪਿਆਰਿਓ, ਗੁਰੂ ਤੇ ਗੁਰਸ਼ਬਦ ਗੁਰਬਾਣੀ ਬਚਨਾਂ ਦੁਆਰਾ ਆਪਣਾ ਆਪ ਭਾਵ ਹਉਮੈ ਹੰਕਾਰ ਵਿਕਾਰਾਂ ਨੂੰ ਦੂਰ ਕਰੋ ਜੀ, ਅਤੇ ਹਰਨਾਮ ਗੁਰਸ਼ਬਦ ਗੁਰਬਾਣੀ ਰੂਪ ਨਾਮ ਰੂਪੀ ਜਾਪ ਜਪਦੇ ਰਹੋ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ, ਮਨੁੱਖਾ ਸਰੀਰ ਕਰਮ ਕਮਾਉਣ ਵਾਲੀ ਇੱਕ ਇਹ ਧਰਤੀ ਦੀ ਨਿਆਈ ਹੈ ਜੀ। ਜਿਸ ਤਰ੍ਹਾਂ ਧਰਤੀ 'ਚ ਬੀਜ ਬੀਜੀਦਾ ਹੈ ਤੇ ਚੰਗੇ ਫਲ ਦੀ ਸੰਭਾਵਨਾ ਹੁੰਦੀ ਹੈ, ਇਸ ਤਰ੍ਹਾਂ ਹੀ ਇਸ ਵਿੱਚ ਜੇ ਇਸ ਮਨੁੱਖਾ ਦੇ ਹੀ ਜੀਵਨ ਧਰਤੀ ਵਿੱਚ ਜਿਹੋ ਜਿਹਾ ਵੀ ਕੋਈ ਬੀਜ ਬੀਜਦਾ ਹੈ ਜੀ, ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਵਿਕਾਰਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦਾ ਬੀਜ, ਵਿਕਾਰਾਂ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਨਾਮ ਦਾ ਬੀਜ ਬੀਜਣ ਦੀ ਪ੍ਰੇਰਨਾ ਦਿੰਦੇ ਹਨ ਜੀ, ਤਾਂ ਜੋ ਇਹ ਪ੍ਰਾਪਤ ਹੋਈ ਮਨੁੱਖਤਾ ਦੇ ਹੀ ਸਫਲ ਹੋ ਜਾਵੇ ਜੀ, ਤਾਂ ਕਿ ਹੀਰੇ ਵਰਗਾ ਜਨਮ ਕਿਸੇ ਪਾਸੇ ਲੱਗੇ ਜੀ, ਭਾਵ ਆਪਣੇ ਆਪ ਨੂੰ ਪਛਾਣੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇੱਧਰ ਉੱਧਰ ਦੇ ਭਾਵ ਅਤੇ ਆਪਣਾ ਆਪ ਤਿਆਗ ਕੇ ਸਾਵਧਾਨਤਾ ਨਾਲ ਕੀਤਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਫਲੀਭੂਤ ਹੁੰਦਾ ਹੈ ਜੀ, ਜਿਸ ਦੀ ਬਰਕਤ ਨਾਲ ਪਿਛਲੇ ਜਨਮਾਂ ਦੇ ਸਭ ਪਾਪ ਦੋਸ਼ਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੀ, ਭਾਵ ਵਿਕਾਰਾਂ ਤੇ ਕਾਬੂ ਆਉਂਦਾ ਹੈ ਜੀ। ਗੁਰਸ਼ਬਦ ਗੁਰਬਾਣੀ ਰਾਹੀਂ ਆਪਾ ਭਾਵ ਦੀ ਸੂਝ ਅਤੇ ਗੁਰੂ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।